ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਪੰਜਾਬ ਦੀਆਂ ਸੀਮਾਵਾਂ ਦੇ ਅੰਦਰ 50 ਕਿਲੋਮੀਟਰ ਤੱਕ BSF ਦੇ ਦਾਖਲੇ ਤੇ ਕਿਹਾ ਗਿਆ ਹੈ ਕਿ ਜੇਕਰ ਸਰਕਾਰ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਅਜਿਹੇ ਕਦਮ ਚੁੱਕ ਰਹੀ ਹੈ ਤਾਂ ਇਹ ਸਹੀ ਹੈ, ਪਰ ਜੇਕਰ ਸਰਕਾਰ ਦੀ ਮਨਸ਼ਾ ਕੁਝ ਹੋਰ ਹੈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਸਰਕਾਰ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਫਰਕ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਹਿੰਦੀ ਕੁਝ ਹੋਰ ਹੈ ਤੇ ਕਰਦੀ ਕੁਝ ਹੋਰ ਹੈ। ਉਹਨਾਂ ਨੇ ਪੰਜਾਬ ਪੁਲਿਸ ਤੇ ਵੀ ਸਵਾਲ ਖੜੇ ਕੀਤੇ ਨੇ ਕਿ ਅਜੇ ਤੱਕ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਨਸ਼ੇ ਦੇ ਵਿੱਚ ਕਮੀ ਜ਼ਰੂਰ ਆਈ ਹੈ ਪਰ ਖਤਮ ਨਹੀਂ ਹੋਇਆ। ਇਸ ਦੇ ਨਾਲ ਹੀ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਕਿਹਾ ਹੈ ਕਿ ਚੰਨੀ ਕਿਸਾਨਾਂ ਦੇ ਵਿੱਚ ਜਾ ਕੇ ਕਿਸਾਨਾਂ ਦੀ ਗੱਲ ਕਰਦੇ ਹਨ ਅਤੇ ਉਹ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜੇ ਹਨ। ਅੱਜ ਤੇ ਇਸ ਗੱਲ ਦੀਆਂ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ ਵੀ ਉਹ ਕਿਸ ਤਰ੍ਹਾਂ ਕੰਮ ਕਰਨਗੇ, ਕਿਉਂਕਿ ਜੇ ਤੇ ਇਕੱਲੇ ਡਰੱਗਸ ਦੇ ਉੱਤੇ ਕੰਮ ਹੁੰਦਾ ਜਾਂ ਟੈਰਰਿਜ਼ਮ ਤੇ ਕੰਮ ਹੁੰਦਾ ਫਿਰ ਤੇ ਕੋਈ ਦਿੱਕਤ ਨਹੀਂ ਹੈਗੀ। ਪਰ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਕੇਂਦਰੀ ਏਜੰਸੀਆਂ ਨੂੰ ਆਪਣੇ ਵਿਰੋਧੀਆਂ ਦੇ ਵਿਰੁੱਧ, ਜਿਹੜੇ ਪੋਲੀਟੀਕਲ ਵਿਰੋਧੀ ਨੇ ਉਹਨਾਂ ਦੇ ਵਿਰੁੱਧ ਯੂਜ਼ ਕੀਤਾ ਆ, ਉਹ ਚੀਜ਼ ਤੋਂ ਡਰ ਲੱਗਦਾ ਹੈ ਕਿ ਇਹ ਜਿੰਨੇ ਵੀ ਇਹਨਾਂ ਦੇ ਵਿਰੁੱਧ ਕੋਈ ਪੋਲੀਟੀਕਲ ਬੰਦੇ ਨੇ ਕੋਈ ਗੱਲ ਕਰਨਗੇ ਤੇ ਇਹ ਉਹਨਾਂ ਦੇ ਉੱਤੇ ਕੁਝ ਵੀ ED ਦੇ ਰਾਜ ਜਿੱਦਾਂ ਕਿ ਯੂਜ਼ ਕਰ ਰਹੇ ਆ ਔਰ ਇਨਕਮ ਟੈਕਸ ਨੂੰ ਯੂਜ਼ ਕਰ ਲੈਂਦੇ ਨੇ, CBI ਨੂੰ ਯੂਜ਼ ਕਰ ਲੈਂਦੇ ਨੇ, ਉਸ ਤਰੀਕੇ ਦੇ ਨਾਲ ਕੋਈ ਹਰਕਤ ਨਾ ਕਰਨ। ਬਾਕੀ ਜੇ ਇਹ ਸਿਰਫ ਨਸ਼ੇ ਦੇ ਔਰ ਟੈਰਰਿਜ਼ਮ ਤੇ ਗੱਲ ਕਰਦੇ ਉਹਦੇ 'ਚ ਸਾਨੂੰ ਵੀ ਲੋੜ ਹੈ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਇਹ ਖਤਮ ਹੋਣੀਆਂ ਚਾਹੀਦੀਆਂ ਨੇ। ਉਹਦੀ ਨਾਲ ਦੀ ਨਾਲ ਜਿਹੜਾ ਉੱਥੇ ਅਧਿਕਾਰ ਖੇਤਰ ਹੈ ਪੰਜਾਬ ਦਾ, ਉਹ ਡਿਫਾਈਨ ਜ਼ਰੂਰ ਹੋਣਾ ਚਾਹੀਦਾ ਕਿ ਇਹ ਕਿਸੇ ਤੱਕ ਕੰਮ ਕਰਨਾ, ਕਿਸ ਹੱਦ ਤੱਕ ਨਹੀਂ। ਕਿਉਂਕਿ ਕੁਝ ਦਿਨ ਪਹਿਲਾਂ ਇੱਕ IG ਦਾ ਬਿਆਨ ਆਇਆ ਸੀ BSF ਦੇ ਦਾ ਕਿ ਸਾਡਾ ਸਿਰਫ ਮੰਤਵ ਜਿਹੜੇ ਫੜਾਂਗੇ ਜਿਹੜੇ ਵੀ ਅਸੀਂ ਟੈਰਰਿਸਟ ਜਾਂ ਕੋਈ ਐਕਟੀਵਿਟੀ ਦੇ ਵਿੱਚ ਜਾਂ ਡਰੱਗਸ ਦੇ ਵਿੱਚ, ਉਹ ਅਸੀਂ ਪੰਜਾਬ ਪੁਲਿਸ ਨੂੰ ਹੀ ਸੌਂਪਾਂਗੇ। ਸੋ ਇਹ ਅਜੇ ਕਲੈਰਿਟੀ ਜਿਹੜੀ ਆ ਆਉਣੀ ਬੜੀ ਜ਼ਰੂਰੀ ਹੈ ਔਰ ਮੇਰਾ ਖਿਆਲ ਹੈ ਸਰਕਾਰ ਸਟੇਟ ਗੌਰਮੈਂਟ ਦੇ ਨਾਲ ਬੈਠ ਕੇ ਕੇਂਦਰ ਸਰਕਾਰ ਨੂੰ ਕਰਨੀ ਚਾਹੀਦੀ ਹੈ। ਅਸੀਂ ਸਾਰਿਆਂ ਨੇ ਲੈਟਰ ਵੀ ਲਿਖੇ ਆ ਕੇਂਦਰ ਸਰਕਾਰ ਨੂੰ ਕਿ ਇਹਦੇ 'ਤੇ ਗੰਭੀਰਤਾ ਦੇ ਨਾਲ ਵਿਚਾਰ ਕੀਤਾ ਜਾਵੇ ਕਿ ਇਹ ਲੋਕਾਂ ਨੂੰ ਬਿਲਕੁਲ ਨਹੀਂ ਲੱਗਣਾ ਚਾਹੀਦਾ ਕਿ ਸਾਡੇ ਜਿਹੜੇ ਰਾਈਟ ਨੇ ਉਹ ਕੱਟ ਦਿੱਤੇ ਗਏ ਨੇ। सर, इसको लेकर जो मुख्यमंत्री हैं उन्होंने कहा है कि ऑल पार्टी डेलीगेशन भी जो है वो केंद्र सरकार से मुलाकात करेगा, क्योंकि पंजाब पुलिस जो है वो पूरी अब तक जो है सरहद इलाके की पूरी सुरक्षा करती आई है। और ऐसे में अब क्या वजह रही कि 50 किलोमीटर का जो एरिया है वो BSF को देना पड़ा है? ਕਿਉਂਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਡਿਮਾਂਡ ਕਰ ਰਹੀਆਂ ਨੇ ਕਿ ਇਹ ਨਹੀਂ ਹੋਣਾ ਚਾਹੀਦਾ। ਇਸ ਕਰਕੇ ਮੁੱਖ ਮੰਤਰੀ ਸਾਹਿਬ ਦਾ ਵੈਸੇ ਹੀ ਫਰਜ਼ ਬਣਦਾ ਕਿ ਸਾਰਿਆਂ ਦਾ ਡੈਲੀਗੇਸ਼ਨ ਲੈ ਕੇ ਉਹਨਾਂ ਨੂੰ ਮਿਲਣ, ਔਰ ਉਹਨਾਂ ਨੇ ਇਹ ਆਖਿਆ ਕਿ ਮੈਂ ਬਹੁਤ ਜਲਦੀ ਇਹ ਡੈਲੀਗੇਸ਼ਨ ਲੈ ਕੇ ਕੇਂਦਰ ਸਰਕਾਰ ਨੂੰ ਮਿਲਾਂਗੇ ਔਰ ਜਿਹੜੀਆਂ ਇਹ ਮੰਗਾਂ ਨੇ ਸਾਰੀਆਂ ਇਹ ਗੱਲ ਉਹਨਾਂ ਦੇ ਅੱਗੇ ਰੱਖਾਂਗੇ ਕਿ ਲੋਕਾਂ ਦੇ ਮਨ ਦੇ ਵਿੱਚ ਕੀ ਆ ਔਰ ਤੁਹਾਡਾ ਇਹਦੇ ਪ੍ਰਤੀ ਕੀ ਮਨਸ਼ਾ ਹੈ। ਔਰ ਜੇ ਕਿਤੇ ਸ਼ੰਕਾ ਪੈਂਦੀ ਹੈ ਤਾਂ ਕੇਂਦਰ ਸਰਕਾਰ ਨੂੰ ਇਹ ਚੀਜ਼ ਵਾਪਸ ਲੈ ਲੈਣੀ ਚਾਹੀਦੀ ਹੈ। ਬਾਕੀ ਮੈਂ ਜਿਸ ਤੱਕ ਡਰੱਗਸ ਦੀ ਗੱਲ ਕਰਾਂ, ਡਰੱਗਸ ਦੇ ਉੱਤੇ ਸਾਡੇ ਸਿਸਟਮ ਦਾ ਫੇਲੀਅਰ ਹੋਇਆ ਵਾ ਪਿਛਲੇ ਸਮੇਂ ਵਿੱਚ, ਕੋਈ ਦੋ ਰਾਏ ਨਹੀਂ ਗਿਆ। ਕਿਉਂਕਿ ਜਿਹੜਾ ਹੇਠਲੇ ਪੱਧਰ ਦੇ ਉੱਤੇ ਆ ਉਹ ਡਰੱਗਸ ਪਿੰਡਾਂ ਦੇ ਵਿੱਚ ਔਰ ਦੂਜੀ ਜਗ੍ਹਾ 'ਤੇ ਚਾਹੇ ਕਿ ਕੈਪਟਨ ਸਾਹਿਬ ਦੇ ਸਮੇਂ ਲੱਕ ਟੁੱਟਾ ਆ ਜਦੋਂ ਪਿੱਛੇ STF ਬਣੀ ਸੀ, ਪਰ ਉਹ ਜਿਹੜੇ ਰਿਜ਼ਲਟ ਆਉਣੇ ਚਾਹੀਦੇ ਸੀ ਉਸ ਲੈਵਲ ਦਾ ਵੱਡੇ ਰਿਜ਼ਲਟ ਨਹੀਂ ਆਏ। मान लिया कि कहीं ना कहीं पंजाब सरकार इस पर जो ड्रग्स पर रोकने में फैल रही है, जो सरहदी सूबों से ਨਾ ਪਿਛਲੇ ਸਮੇਂ ਦੇ ਵਿੱਚ ਦੇਖੋ ਪੰਜਾਬ ਸਰਕਾਰ ਨੇ ਤੇ ਡਿਊਟੀਆਂ ਲਾਉਣੀਆਂ ਹੁੰਦੀਆਂ, ਅਫਸਰ ਸਾਹਿਬਾਨ ਦੀਆਂ, ਅਫਸਰਾਂ ਨੇ ਆਪਣੀ ਡਿਊਟੀ ਕਰਨੀ ਹੁੰਦੀ ਹੈ, ਪਰ ਉਹ ਥੱਲੇ ਤੱਕ ਕਿੰਨੀ ਕੁ ਡਿਊਟੀ ਕਰ ਪਾਉਂਦੇ ਆ ਉਹਦੇ ਤੇ ਡਿਪੈਂਡ ਕਰਦਾ ਹੈ। ਜਿਵੇਂ STF ਬਣੀ ਸੀ, SDF ਦਾ ਤੇ ਜਿਹੜੀ ਸਟੇਟ ਗੌਰਮੈਂਟ ਦੀ ਜਿਹੜੀ ਜਨਰਲ ਪੁਲਿਸ ਸੀ ਉਹਦਾ ਆਪਸ 'ਚ ਤਾਲਮੇਲ ਨਹੀਂ ਸੀ ਬਣਦਾ, ਕਿਉਂਕਿ ਉਹ ਇਹ ਮਹਿਸੂਸ ਕਰਦੇ ਸੀ ਜੇ STF ਹਰਪ੍ਰੀਤ ਸਿੱਧੂ ਵਰਗੇ ਜਿਹੜੇ ਚੰਗੇ ਅਫਸਰ ਸੀ ਜੋ ਫੜਦੇ ਸੀ ਤੇ ਉਹ ਇਹ ਮਹਿਸੂਸ ਕਰਦੇ ਸਾਡੀ ਬੇਇੱਜ਼ਤੀ ਹੁੰਦੀ, ਉਹਨਾਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਨੂੰ ਉਹ ਡੀਰੇਲ ਕਰਦੇ ਸੀ ਉਹਨਾਂ ਦੇ ਕੰਮ ਨੂੰ। ਸੋ ਇਹ ਮੁਸ਼ਕਲਾਂ ਪਿਛਲੇ ਸਮੇਂ 'ਚ ਰਹੀਆਂ। ਸਾਡਾ ਕੰਸਰਨ ਤੇ ਸਿਰਫ ਡਰੱਗਸ ਦੇ ਤੱਕ ਆ ਕਿ ਡਰੱਗ ਜਿਹੜਾ ਆ ਉਹ ਹਰ ਹਾਲਤ ਦੇ ਵਿੱਚ ਖਤਮ ਹੋਣਾ ਚਾਹੀਦਾ। ਸਾਡੇ ਲੋਕ A ਕਰਦੇ, ਚਾਹੇ B ਕਰਦੇ, ਚਾਹੇ C ਕਰਦੇ। अब केंद्र सरकार BSF को वहाँ पर जिस तरीके से कह रही है कि 50 किलोमीटर का एरिया BSF को दिया जा रहा है, क्या लगता है कि अब इस पर जो है लगाम, नशे पर लगाम लग पाएगी? ਮੈਂ ਤੁਹਾਨੂੰ ਇਹੀ ਗੱਲ ਦੱਸੀ ਵੀ ਜੇ ਤੇ ਮਨਸ਼ਾ ਇੱਥੋਂ ਤੱਕ ਹੈ ਫਿਰ ਤੇ ਗੱਲ ਅਸੀਂ ਮੰਨਣ ਨੂੰ ਤਿਆਰ ਹੈ, ਪਰ ਜੇ ਇਹਦੇ ਬਿਹਾਈਂਡ ਦਾ ਕਰਟਨ, ਕਿਉਂਕਿ ਇਹਨਾਂ ਦੀ ਨੀਅਤ ਦੇ ਉੱਤੇ ਹਮੇਸ਼ਾ ਸ਼ੰਕਾ ਰਹੀ ਹੈ। ਇਹਨਾਂ ਨੇ ਹਮੇਸ਼ਾ ਨਿਆਂ ਪ੍ਰਣਾਲੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਇਹਨਾਂ ਨੇ ਕਾਰਜ ਪ੍ਰਣਾਲੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਇਹਨਾਂ ਨੇ ਵਿਧਾਨ ਪਾਲਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹਨਾਂ ਦੇ ਮਨਸ਼ਿਆਂ ਦੇ ਉੱਤੇ ਸ਼ੰਕੇ ਨੇ ਸਾਰਿਆਂ ਨੂੰ। ਹੋਰ ਅਦਰਵਾਈਜ਼ ਉਹ ਵੀ ਸਾਡੀਆਂ ਫੋਰਸਿਸ ਨੇ, BSF ਵਾਲੇ ਵੀ ਸਾਡੇ ਜਵਾਨ ਨੇ, ਉਹਨਾਂ 'ਚ ਵੀ ਸਾਨੂੰ ਉਹਨਾਂ ਦੇ ਉੱਤੇ ਕੋਈ ਸ਼ੰਕਾ ਨਹੀਂ। ਪੰਜਾਬ ਪੁਲਿਸ ਵੀ ਸਾਡੀ ਆਪਣੀ ਹੈ, ਪਰ ਜਿਹੜਾ ਕਿੱਦਾਂ ਇਹ ਯੂਜ਼ ਕਰਦੇ ਆ ਉਹਨੂੰ ਸਭ ਤੋਂ ਵੱਡਾ ਦਿੱਕਤ ਇਸ ਗੱਲ ਦੀ ਹੈ।
जिस तरीके से किसानी आंदोलन चल रहा है, किसानी आंदोलन के बीच जिस तरीके से दलितों को कहीं ना कहीं वार किया जा रहा है, पहले एक दलित की हत्या कर दी गई, फिर अब जो जानकारी मिल रही है कि एक दलित का पैर तोड़ दिया गया है, क्या लगता है कि इसके पीछे कौन लोग? ਦੇਖੋ ਜਿੱਦ ਤੱਕ ਉਹ ਜਿਹੜੀ ਨਿਹੰਗ ਸਿੰਘਾਂ ਦੇ ਵਿੱਚ ਦਲਿਤ ਦੀ ਤੁਸੀਂ ਗੱਲ ਕਰਦੇ ਨੇ, ਗੱਲ ਦਲਿਤ ਦੀ ਨਹੀਂ ਗੀ ਕਿ ਦਲਿਤ ਸਮਝ ਕੇ ਕੋਈ ਇਹੋ ਜਿਹੀ ਗੱਲ ਹੋਈ ਆ। ਉੱਥੇ ਜਿਹੜੀ ਘਟਨਾ ਵਾਪਰੀ ਉਸ ਸਮੇਂ ਦੇ ਵਿੱਚ ਉਹਨਾਂ ਨੇ ਰਿਐਕਸ਼ਨ ਕਰਕੇ ਇਹ ਕੰਮ ਕੀਤਾ। ਬਾਕੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੰਨੇ ਵੀ ਇਹਨਾਂ ਨਾਲ ਸਿੰਘ ਜੁੜੇ ਨੇ ਜਿਹੜੇ ਖਾਲਸਾਈ ਰੂਪ ਦੇ ਵਿੱਚ ਬੈਠੇ ਨੇ, ਮੋਸਟਲੀ ਇਹਨਾਂ ਚੋਂ ਗਰੀਬ ਘਰਾਂ ਚੋਂ ਬੱਚੇ ਜਿਹੜੇ ਲੋਕ ਆਉਂਦੇ ਨੇ, ਔਰ ਜ਼ਿਆਦਾਤਰ ਲੋਕ ਜਿਹੜੇ ਪਰਮਾਤਮਾ ਨੂੰ ਮੰਨਣ ਵਾਲੇ ਨੇ ਉਹ ਤਬਕਾ ਜ਼ਿਆਦਾ ਹੋਇਆ। ਮੈਂ ਦੇਖਿਆ ਕਿ ਜਿੰਨੇ ਵੀ ਗ੍ਰੰਥੀ ਸਿੰਘ ਬਣੇ ਨੇ ਗੁਰੂ ਘਰਾਂ ਦੇ ਵਿੱਚ ਜਾਂ ਜਿੰਨੇ ਵੀ ਮਤਲਬ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਆ, ਉਹ ਤਕਰੀਬਨ ਵਿਚਾਰੇ ਮਤਲਬ ਗਰੀਬ ਘਰਾਂ ਤੋਂ ਕੋਈ ਮੈਂ ਚੰਗੇ ਸਜਦੇ ਪੁੱਜਦੇ ਘਰ ਦਾ ਮੈਂ ਮਤਲਬ ਨਹੀਂ ਦੇਖਿਆ ਕੋਈ ਗ੍ਰੰਥੀਆਂ ਦੀ ਸੇਵਾ ਕਰਨ ਗਿਆ ਹੋਵੇ ਜਾਂ ਕੋਈ ਕੀਰਤਨੀਆ ਬਣਿਆ ਹੋਵੇ ਜਾਂ ਕੋਈ ਨਿਹੰਗ ਸਿੰਘ ਬਣਿਆ ਹੋਵੇ। ਇਹ ਮੋਸਟਲੀ ਉੱਥੋਂ ਨੇ। ਇਹਨਾਂ ਨੂੰ ਉਹਦੇ ਨਾਲ ਜੋੜ ਕੇ ਨਾ ਦੇਖੋ ਕਿ ਦਲਿਤ ਕਰਕੇ ਹੋਇਆ। ਇਹ ਉਹਨਾਂ ਦਾ ਆਪਸ ਦੇ ਵਿੱਚ ਤਕਰਾਰ ਹੋਣ ਤੋਂ ਬਾਅਦ ਇਹ ਗੱਲ ਹੋਈ ਹੈ। सर, पंजाब में नई टीम बनी है, नए मुख्यमंत्री बने हैं, कैबिनेट नहीं बनी है। आप लोगों ने वादा किया था कि बरगाड़ी का इशू हल होगा, नशा, रेत माफिया जैसे कई मुद्दे हैं हल होंगे, विक्रम मजीठिया जैसे कई उन पे आरोप थे, वो मुद्दों को सुलझाया जाएगा। मगर अभी भी सारे वो मुद्दे ही हैं, उन पर मैं देखो ਪੰਜਾਬ ਸਰਕਾਰ ਕੰਮ ਬਹੁਤ ਵਧੀਆ ਕਰ ਰਹੀ ਹੈ, ਚੰਨੀ ਜੀ ਬਹੁਤ ਅੱਛੇ ਕੰਮ ਕਰ ਰਹੇ ਨੇ, ਬਟ ਮੈਂ ਇਹਦੇ ਨਾਲ ਨਾਲੇ ਤੁਹਾਡੀ ਗੱਲ ਤੋਂ ਬਿਲਕੁਲ ਸਹਿਮਤ ਹਾਂ ਕਿ ਇਹਨਾਂ ਮੁੱਦਿਆਂ ਤੇ ਸਰਕਾਰ ਨੂੰ ਗੰਭੀਰਤਾ ਦੇ ਨਾਲ ਆਪਣਾ ਪੱਖ ਲੈਣਾ ਚਾਹੀਦਾ ਆ। ਕਿਉਂਕਿ ਜਿਨ੍ਹਾਂ ਮੁੱਦਿਆਂ ਦੇ ਕਾਰਨ ਆਪਾਂ ਸੀਐਮ ਨੂੰ ਚੇਂਜ ਕੀਤਾ, ਜਿਨ੍ਹਾਂ ਕਾਰਨ ਕਿ ਉਹ ਫੇਲ ਹੋਏ ਕਿ ਇਹ ਕੰਮ ਨਹੀਂ ਕਰ ਸਕੇ, ਉਹ ਸਭਨਾਂ ਨੂੰ ਪਤਾ ਕਿ ਇਹਨਾਂ ਦੇ ਉੱਤੇ ਕਾਰਵਾਈ ਪ੍ਰੋਪਰ ਨਹੀਂ ਹੋਈ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ। ਉਹ ਹੁਣ ਆਪਾਂ ਨੂੰ ਕਰਕੇ ਦਿਖਾਉਣੀ ਚਾਹੀਦੀ ਹੈ। ਮੇਰਾ ਖਿਆਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਮਾਨਯੋਗ ਜਿਹੜੇ ਗ੍ਰਹਿ ਮੰਤਰੀ ਨੇ ਉਹ ਇੱਥੇ ਵੱਡੀ ਕਾਰਵਾਈ ਕਰਨਗੇ और विक्रम मजीठी ਨੂੰ ਹੱਥ ਜ਼ਰੂਰ ਪਾਉਣਗੇ। ਉਹ चरणजीत सिंह चन्नी अभी रूपनगर में पहुंचे और 3 कृषि कानून को लेकर उन्होंने किसानों के धरने में शामिल हो गए, वो उनके साथ बैठ गए। उन्होंने कहा कि आपको हर संभव मदद पहुंचाई जाएगी। ਦੇਖੋ ਬੜੀ ਮਨਸ਼ਾ ਉਹਨਾਂ ਨੇ ਆਪਣੀ ਕਲੀਅਰ ਪਹਿਲੇ ਦਿਨ ਤੋਂ ਦਿੱਤੀ ਹੈ। ਜਿੱਦਣ ਉਹ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਉਦੋਂ ਵੀ ਉਹਨਾਂ ਨੇ ਕਿਸਾਨਾਂ ਦੀ ਗੱਲ ਰੱਖੀ ਸੀ। ਜੇ ਕੈਬਨਿਟ ਪਹਿਲੀ ਹੋਈ ਹੈ ਉੱਥੇ ਵੀ ਉਹਨਾਂ ਕਿਸਾਨਾਂ ਦੀ ਗੱਲ ਕੀਤੀ ਹੈ, ਤੇ ਜੇ ਪ੍ਰਧਾਨ ਮੰਤਰੀ ਜੀ ਨੂੰ ਮਿਲ ਕੇ ਤੇ ਤਦ ਵੀ ਉਹਨਾਂ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ, ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜੇ ਕਿਸਾਨ ਨੇ ਉਹ ਇਕੱਲੀ ਆਪਣੀ ਲੜਾਈ ਨਹੀਂ ਲੜ ਰਹੇ, ਉਹ ਆਮ ਬੰਦੇ ਦੀ ਲੜਾਈ ਲੜ ਰਹੇ। ਜਿਹੜੀ ਮਹਿੰਗਾਈ ਅੱਜ ਲੱਖ ਤੋੜਵੀਂ ਮਹਿੰਗਾਈ ਹੋਈ ਆ, ਇਹ ਬਿੱਲ ਨੇ ਵੱਡਾ ਕਾਰਨ ਬਣਨਾ ਹੈ ਇਹ ਲੱਖ ਤੋੜਵੀਂ ਮਹਿੰਗਾਈ ਨੂੰ ਹੋਰ ਵਧਾਉਣ ਦੇ ਵਿੱਚ। ਇਹ ਤੁਹਾਡੇ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਣੀਆਂ ਚੀਜ਼ਾਂ ਨੇ। ਸੋ ਉਹਦੀ ਲੜਾਈ ਪਤਾ ਚੰਨੀ ਸਾਹਿਬ ਨੂੰ ਕਿ ਇਹ ਭਾਵਦੇ ਹੋਏ ਉਸ ਚੀਜ਼ ਨੂੰ ਉਹਨਾਂ ਨੇ ਹਰ ਪੱਖ ਦੇ ਉੱਤੋਂ ਕਿਸਾਨਾਂ ਦਾ ਜਿਹੜਾ ਵਾ ਉਹ ਚਾਹੇ ਧਰਨੇ ਦੇ ਵਿੱਚ ਬਹਿਣ ਦੀ ਉਹਨਾਂ ਆਫਰ ਕੀਤੀ, ਚਾਹੇ ਸਿੰਘੂ ਵਾਲੇ ਵੀ ਕਹਿਣ ਉੱਥੇ ਵੀ ਜਾਣ ਨੂੰ ਤਿਆਰ ਹੈ, ਪਰ ਉਹਨਾਂ ਨੇ ਆਪਣੀ ਮਨਸ਼ਾ ਜਿਹੜੀ ਸਰਕਾਰ ਦੀ ਤੇ ਆਪਣੀ ਮਨਸ਼ਾ ਉਹਨਾਂ ਨੇ ਕਲੀਅਰ ਕੀਤੀ ਹੈ। ਔਰ ਜਿਹੜੀ ਲੜਾਈ ਆ ਉਹ ਹਰ ਮੁੱਦੇ ਤੱਕ ਲਿਜਾਣ ਨੂੰ हर जगह तक ले जाने वो साथ देंगे किसानों का। सर, बात करें नवजोत सिंह सिद्धू का, तो उनका कल एक ट्वीट आया था। उन्होंने साफ तौर पे कहा कि किसान आंदोलन, कृषि कानून आंदोलन जो हो रहा है वो सब कैप्टन अमरिंदर सिंह की क्रिएशन की वजह से हो रहा है, सब कुछ उन्होंने क्रिएट किया। नहीं देखो मेरा ख्याल है कि ਇਹਦੇ ਵਿੱਚ ਇਹੀ ਜੀ ਗੱਲ ਕੋਈ ਨਹੀਂ ਹੈਗੀ, ਕਿਉਂਕਿ ਅਸੀਂ ਕਾਂਗਰਸ ਸਰਕਾਰ ਇਹ ਵੀ ਨਾਲ ਸੀ ਜਦੋਂ ਰਾਹੁਲ ਗਾਂਧੀ ਜੀ ਆਪ ਐਜੀਟੇਸ਼ਨ ਕਰਨ ਆਏ ਨੇ, ਬੜੇ ਕਲੀਅਰ ਗੱਲਾਂ ਹੋਈਆਂ ਨੇ। ਔਰ ਇਹ ਮੇਰਾ ਖਿਆਲ ਹੈ ਕਿ ਆਪਸੀ ਜਿਹੜੇ ਇਹੋ ਜਿਹੀਆਂ ਚੀਜ਼ਾਂ ਨੇ ਇਹਨਾਂ ਨੂੰ ਬੰਦ ਹੋਣਾ ਚਾਹੀਦਾ ਆਪਸ ਦੇ ਵਿੱਚ, ਕਿਉਂਕਿ ਅੱਜ ਆਪਾਂ ਪੰਜਾਬ ਸਾਨੂੰ ਦੇਖ ਰਿਹਾ ਕਿ ਜਿਹੜੇ ਸਾਡੇ ਮੁੱਦੇ ਨੇ ਉਹਨਾਂ ਨੂੰ ਜਲਦੀ ਜਲਦੀ ਹੱਲ ਕਰਾਉਣ ਔਰ ਸਰਕਾਰ ਨਾਲ ਸਾਰਿਆਂ ਨੂੰ ਮਿਲ ਕੇ मुद्दे हल कराने चाहिए बजाय कि ध्यान उधर उधर जाए। सर, एक आखिरी सवाल है मेरा कि कैप्टन अमरिंदर सिंह ने कहा कि वो नई पार्टी बना रहे हैं। अब तक आप सब लोग कैप्टन अमरिंदर सिंह के साथ थे, मगर अब आपके ही तरफ से लोग बोल रहे हैं कि अब कैप्टन हमारे खिलाफ बोल रहे हैं, तो वो हमारे लिए एक विपक्षी के तौर पर है, इसलिए हम भी उनके खिलाफ बोलेंगे। नहीं कुदरती गल है, जो देखो एक पार्टी जो एक राजनीति होंगी है कि पार्टी की आइडियोलॉजी ना होंगी है, जो समझते कि एक वक्री आइडियोलॉजी लैके चलांगे तो फिर कुदरती गल है जो साडी आइडियोलॉजी नाल सहमत नहीं होंगे तो ਅਸੀਂ ਵੀ ਉਹਨਾਂ ਦੀ ਆਈਡੀਓਲੋਜੀ ਜਿਹੜੀ ਸਾਡੀ ਆਈਡੀਓਲੋਜੀ ਅਸੀਂ ਆਪਣੀ ਆਈਡੀਓਲੋਜੀ ਦੀ ਗੱਲ ਕਰਾਂਗੇ, ਕੈਪਟਨ ਸਾਹਿਬ ਆਪਣੀ ਦੀ ਕਰਨੀ। कैप्टन साहब कह रहे हैं कि हमारी आइडियोलॉजी अब जिसके साथ मिलेगी हम उनके साथ गठबंधन कर लेंगे। देखो ਉਹ ਜਦੋਂ ਕਿਸੇ ਨੇ ਪਾਰਟੀ ਬਣਾਉਣੀ ਕੁਦਰਤੀ ਗੱਲ, ਉਹ ਆਪਣਾ ਦਾਇਰਾ ਵੱਡਾ ਕਰਨ ਵਾਸਤੇ ਕਿਸੇ ਨਾਲ ਵੀ ਗਠਬੰਧਨ ਕਰ ਸਕਦੇ ਆ, ਕਿਸੇ ਦੇ ਨਾਲ ਵੀ ਜਾ ਸਕਦੇ ਆ, ਉਹ ਉਹਨਾਂ ਦਾ ਪਰਸਨਲ ਮੈਟਰ ਹੈ, ਜਾਂ ਉਹਨਾਂ ਦੀ ਜਿਹੜੀ ਪਾਰਟੀ ਬਣੇਗੀ ਉਹਦਾ ਕੀ ਸੰਵਿਧਾਨ ਹੈ ਕਿ ਕਿੱਦਾਂ ਉਹਨਾਂ ਚੱਲਣਾ, ਇਹ ਉਹਨਾਂ ਦਾ ਮੈਟਰ ਹੈ, ਇਹ ਸਾਡਾ ਉਹਦੇ 'ਚ ਕੋਈ ਲੈਣ ਦੇਣ ਨਹੀਂ। ਅਸੀਂ ਤਾਂ ਕਾਂਗਰਸ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਉਹਦੇ ਮੁਤਾਬਕ ਅਸੀਂ ਚੱਲਾਂਗੇ। मगर आपके इतने बड़े सीनियर नेता आपसे नाराज होकर, पार्टी से नाराज होकर चले जाएं तो पार्टी की छवि धूमिल होती है, चुनाव में देखो ਗੱਲ ਇਹ ਹੈ, ਅਸੀਂ ਤੇ ਬਹੁਤ ਰਿਕੁਐਸਟ ਕੀਤੀ, ਅੱਜ ਵੀ ਤੁਹਾਡੇ ਚੈਨਲ ਰਾਹੀਂ ਕਰਦੇ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਅੰਦਰ ਰਹਿਣਾ ਚਾਹੀਦਾ ਸੀ। ਉਹ ਜਿੱਥੇ ਉਹਨਾਂ ਦਾ ਵੱਡਾ ਕੱਦ ਸੀ ਉੱਥੇ ਪਾਰਟੀ ਨੇ ਵੀ ਬਹੁਤ ਮਾਣ ਸਤਿਕਾਰ ਮਿਲਿਆ, ਤੇ ਮੇਰਾ ਖਿਆਲ ਉਹਨਾਂ ਨੂੰ ਸਾਰਿਆਂ ਨੂੰ ਸਾਡੇ ਨਾਲ ਰਹਿ ਕੇ, ਕਿਉਂਕਿ ਅਸੀਂ ਸਾਰਿਆਂ ਨੇ ਬਹੁਤ ਜਿਹੜੇ ਨਵੇਂ ਲੀਡਰ ਹੈ ਉਹਨਾਂ ਦੇ ਸਮੇਂ ਦੇ ਵਿੱਚ ਹੀ ਟਿਕਟਾਂ ਮਿਲੀਆਂ ਨੇ, ਔਰ ਕਾਂਗਰਸ ਪਾਰਟੀ ਦੇ ਕਿਉਂਕਿ ਉਹ ਹੈੱਡ ਸੀ ਉਹਨਾਂ ਦੀ ਸਿਫਾਰਿਸ਼ਾਂ ਹੀ ਆਉਂਦੀਆਂ ਸੀ ਮਿਲਦੀਆਂ ਸੀ, ਸੋ ਉਹਨਾਂ ਨੂੰ
ਉਹਨਾਂ ਸਾਰਿਆਂ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਥੋੜਾ ਸਾਡਾ ਅਗਲਾ ਜਿਹੜਾ ਨਵੀਂ ਜਨਰੇਸ਼ਨ ਉਹਦਾ ਫਿਊਚਰ, ਉਹਦੇ 'ਚ ਵੀ ਉਹਨਾਂ ਨੂੰ ਸਾਥ देना चाहिए। लेकिन सर जिस तरीके से लखीमपुर की घटना घटी है और उसके बाद अब जो यूपी पुलिस है वो फोटो जारी कर जो 4 बीजेपी के कार्यकर्ता मरे थे अब उनको लेकर जो है वो फोटो जारी कर रही है, कैसे देख रहे हैं आप? सिखों के उसमें कई सिखों के नाम सामने आ रहे हैं। ਦੇਖੋ ਲਖੀਮਪੁਰ ਘਟਨਾ ਨੂੰ ਬੀਜੇਪੀ ਨੂੰ ਬਹੁਤ ਧਿਆਨ ਦੇ ਨਾਲ ਪਹਿਲੇ ਦਿਨ ਤੋਂ ਹੀ ਲੈਣਾ ਚਾਹੀਦਾ ਸੀ ਸਰਕਾਰ ਨੂੰ, ਪਰ ਉਹਨਾਂ ਨੂੰ ਹੁਣ ਰੰਜਿਸ਼ਬਾਜੀ ਨਹੀਂ ਕਰਨੀ ਚਾਹੀਦੀ, ਕਿਉਂਕਿ ਜਿਹਦੇ ਕਿਸਾਨਾਂ ਨੇ ਜਾਂ ਕਿਸੇ ਮੌਬ ਨੇ ਇਸ ਨੀਅਤ ਦੇ ਨਾਲ ਉਹਨਾਂ ਨਾਲ ਕੰਮ ਕੀਤਾ ਕਿ ਤੁਰੇ ਜਾਂਦੇ ਸੀ ਉਹਨਾਂ ਨੂੰ ਨੁਕਸਾਨ ਪਹੁੰਚਾਇਆ, ਇਹ ਗੱਲ ਬਣਦੀ ਹੈ। ਜਦੋਂ ਤੁਰੇ ਜਾਂਦੇ ਤੇ ਤੁਸੀਂ ਨੁਕਸਾਨ ਐਡਾ ਵੱਡਾ ਕਰੋਗੇ ਤੇ ਅਜਿਹੀਆਂ ਹਰਕਤਾਂ ਤੋਂ ਜਿਹੜੇ ਸੀਐਮ ਯੋਗੀ ਹੈ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਔਰ ਇਹਨਾਂ ਅਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ, ਇਹਨਾਂ ਤੋਂ ਬਾਜ਼ ਆਉਣਾ ਚਾਹੀਦਾ। ਜਿਹੜੇ ਕੋਈ ਲੋਕ ਇਹਨਾਂ ਦੇ ਸ਼ਰਾਰਤੀ ਕਰਦੇ ਨੇ ਉਹਨਾਂ ਨੂੰ ਸਮਝਾਉਣਾ ਚਾਹੀਦਾ, ਕਿਉਂਕਿ ਇਹਨਾਂ ਦੇ ਕੋਈ ਰਿਜ਼ਲਟ ਚੰਗੇ ਨਹੀਂ ਨਿਕਲਣੇ।